ਜਦੋਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਪੰਜਾਬੀ ਜ਼ਬਾਨ ਖਤਮ ਹੋ ਰਹੀ ਹੈ ਕਿਉਂਕਿ ਪੰਜਾਬੀ ਹੀ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਬੋਲਦੇ, ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਆ। ਬਲਕਿ ਗੱਲ ਇਹ ਆ ਕਿ ਨਾ ਤਾਂ ਜ਼ਬਾਨਾਂ ਕਦੇ ਰਾਤੋਂ ਰਾਤ ਬਣਦੀਆਂ ਨੇ ਔਰ ਨਾ ਹੀ ਜ਼ਬਾਨਾਂ ਕਦੇ ਰਾਤੋਂ ਰਾਤ ਖਤਮ ਹੁੰਦੀਆਂ ਨੇ। ਜ਼ਬਾਨਾਂ ਬਣਦਿਆਂ ਨੂੰ ਵੀ ਸਦੀਆਂ ਲੱਗ ਜਾਂਦੀਆਂ ਨੇ, ਜ਼ਬਾਨਾਂ ਖਤਮ ਹੁੰਦਿਆਂ ਨੂੰ ਵੀ ਸਦੀਆਂ ਲੱਗ ਜਾਂਦੀਆਂ ਨੇ। ਪਰ ਮਾਰੇ ਲਸਾਨੀਅਤ ਦਾ ਕਹਿਣਾ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਪੰਜਾਬੀ ਵੀ ਅਲੋਪ ਹੋ ਜੂਗੀ, ਪੰਜਾਬੀ ਵੀ ਅਲੋਪ ਹੋਣ ਦੇ ਰਾਹ 'ਤੇ ਤੁਰੀ ਹੋਈ ਹੈ। ਗੱਲ ਇਹ ਆ ਕਿ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਮਾਂ ਬੋਲੀ ਖਤਮ ਹੋਣ ਦਾ, ਪੰਜਾਬੀ ਖਤਮ ਹੋਣ ਦਾ ਵੱਡਾ ਫੈਕਟਰ ਇਹ ਹੈ ਕਿ ਇਹਦੇ ਵਿੱਚ ਕੋਈ ਵੀ ਬਾਹਰ ਤੋਂ ਆਇਆ ਇਲਮ ਅਸੀਂ ਟਰਾਂਸਫਰ ਨਹੀਂ ਕੀਤਾ। ਜ਼ਬਾਨਾਂ ਬੋਲਣ ਜਾਣ ਨਾਲ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿੰਦੀਆਂ। ਤੁਸੀਂ ਵੇਖ ਸਕਦੇ ਹੋ ਫਾਰਸੀ ਇਸ ਖਿੱਤੇ ਦੇ ਵਿੱਚ 650 ਸਾਲ ਤੱਕ ਰਹੀ ਹੈ, ਲੇਕਿਨ ਅੱਜ ਫਾਰਸੀ ਬੋਲਣ ਵਾਲੇ, ਲਿਖਣ ਪੜ੍ਹਨ ਵਾਲੇ ਲੋਕ ਕਿੰਨੇ ਕੁ ਰਹਿ ਗਏ ਆ। ਸੋ ਜ਼ਬਾਨ ਉਹੀ ਜ਼ਿੰਦਾ ਰਹਿੰਦੀ ਹੈ ਜਿਹਦੇ ਵਿੱਚ ਇਲਮ ਟਰਾਂਸਫਰ ਹੁੰਦਾ ਔਰ ਨਵੇਂ ਅੱਖਰ ਘੜੇ ਜਾਂਦੇ ਆ। ਜਿਵੇਂ ਕਿ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਨਵੀਂ ਵੋਕੈਬਲਰੀ ਬਣੀ ਹੀ ਨਹੀਂ, ਬਲਕਿ ਸਾਡੇ ਕੋਲ ਜਿਹੜੇ ਪਹਿਲੇ ਅੱਖਰ ਮੌਜੂਦ ਸੀ ਅਸੀਂ ਆਸਤਾ ਆਸਤਾ ਉਹ ਵੀ ਅਲੋਪ ਕਰ ਰਹੇ ਹਾਂ, ਉਹ ਵੀ ਖਤਮ ਕਰ ਰਹੇ ਹਾਂ। ਕਦੀ ਅਸੀਂ ਆਪਣੀ ਵਰਤੋਂ ਦੇ ਵਿੱਚ ਲੈ ਕੇ ਨਹੀਂ ਜਾਂਦੇ। ਜਿਵੇਂ ਟਰੈਕਟਰ ਆਇਆ, ਸਾਡੇ ਕੋਲ ਉਹਦਾ ਅੱਖਰ ਕੋਈ ਨਹੀਂ ਗਾ ਪੰਜਾਬੀ ਦੇ ਵਿੱਚ। ਜਿਵੇਂ ਮੋਬਾਈਲ ਆਇਆ, ਸਾਡੇ ਕੋਲ ਉਹਦਾ ਅੱਖਰ ਕੋਈ ਨਹੀਂ ਗਾ। ਕੰਪਿਊਟਰ ਆਇਆ, ਉਹਦਾ ਸਾਡੇ ਕੋਲ ਅੱਖਰ ਪੰਜਾਬੀ ਦੇ ਵਿੱਚ ਕੋਈ ਨਹੀਂ ਗਾ। ਕੰਪਿਊਟਰ ਇੰਗਲਿਸ਼ ਦੇ ਵਿੱਚ ਹੀ ਕਹਿੰਦੇ ਆ। ਮੋਬਾਈਲ ਫੋਨ ਹੀ ਆਪਾਂ ਉਹਨੂੰ ਕਹਿੰਦੇ, ਲੇਕਿਨ ਉਹਦੇ ਮੁਤਬਾਦਲ ਸਾਡੇ ਕੋਲ ਪੰਜਾਬੀ ਵਿੱਚ ਕੋਈ ਅੱਖਰ ਨਹੀਂ, ਕਿਉਂਕਿ ਅਸੀਂ ਘੜੇ ਹੀ ਨਹੀਂ। ਅਤੇ ਜਿਹੜੇ ਸਾਡੇ ਕੋਲ ਪੁਰਾਣੇ ਅੱਖਰ ਸਾਡੇ ਹੈ ਸੀ ਉਹ ਵੀ ਅਸੀਂ ਆਸਤਾ ਆਸਤਾ ਅਲੋਪ ਕਰਦੇ ਜਾ ਰਹੇ ਹਾਂ, ਛੱਡਦੇ ਜਾ ਰਹੇ ਹਾਂ। ਜਿਵੇਂ ਅੱਜ ਆਪਣੇ ਘਰਾਂ ਦੇ ਵਿੱਚ ਤੁਸੀਂ ਨੋਰਮਲ ਵੇਖ ਸਕਦੇ ਹੋ ਕਿ ਪੌੜੀਆਂ ਸੀ, ਜਿਹੜੀਆਂ ਪੌੜੀਆਂ ਹੁੰਦੀਆਂ ਉਹਨੂੰ ਆਪਾਂ ਸੀੜੀ ਕਹਿਣ ਲੱਗ ਪਏ। ਪੌੜੀ ਪੌੜ ਤੋਂ ਨਿਕਲਿਆ। ਪੌੜ ਪੰਜਾਬੀ ਦੇ ਵਿੱਚ ਪੈਰ ਨੂੰ ਕਹਿੰਦੇ, ਜਿਹੜੀ ਥਾਂ 'ਤੇ ਪੈਰ ਰੱਖੋ ਉੱਪਰ ਚੜ੍ਹੋ ਉਹਨੂੰ ਕਹਿੰਦੇ ਆ ਪੌੜੀ। ਪੌੜ ਪੈਰ ਨੂੰ ਕਹਿੰਦੇ ਆ, ਠੀਕ ਹੈ। ਇਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਚਾਵਲ, ਠੀਕ ਹੈ। ਅੱਗੇ ਚੌਲ ਕਹਿੰਦੇ ਸੀ ਸਿਆਣੇ, ਜਾਂ ਅੰਨ ਕਹਿੰਦੇ ਸੀ। ਅਸੀਂ ਅੰਨ ਵੀ ਗਵਾਤਾ ਅਤੇ ਚੌਲ ਵੀ ਗਵਾਤਾ, ਅਸੀਂ ਸਿੱਧਾ ਸਿੱਧਾ ਚਾਵਲ ਕਹਿਣ ਲੱਗ ਪਏ। ਇਸੇ ਤਰ੍ਹਾਂ ਆਪਾਂ ਘਰ ਦੀ ਗੱਲ ਕਰ ਲਈਏ ਤਾਂ ਮਾਵਾਂ ਦੀ ਦਾਲ ਆ। ਅਕਸਰ ਸਾਡੇ ਹੁਣ ਜੀ ਜਿਹੜੇ ਉਹ ਦਾਲ ਮਾਸ਼ ਕਹਿਣ ਲੱਗ ਪਏ, ਮਾਵਾਂ ਦੀ ਦਾਲ ਕਹਿੰਦੇ ਨਹੀਂ। ਇਸੇ ਤਰ੍ਹਾਂ ਸਾਡੇ ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਲੋਢਾ ਵੇਲਾ ਜਿਹੜਾ ਸਾਡਾ ਹੁੰਦਾ ਸੀ ਅਸੀਂ ਉਹ ਗਵਾਤਾ, ਠੀਕ ਹੈ। ਉਹ ਗੁੱਡ ਈਵਨਿੰਗ ਹੋ ਗਿਆ। ਅਤੇ ਜਿਹੜਾ ਸਾਡੇ ਕੋਲ ਹੁੰਦਾ ਸੀ ਤੁਸੀਂ ਕਹਿ ਸਕਦੇ ਹੋ ਧੰਮੀ ਵੇਲਾ, ਉਹ ਵੀ ਅਸੀਂ ਗਵਾ ਲਿਆ, ਉਹਦੇ ਵਿੱਚ ਵੀ ਕੋਈ ਨਹੀਂ ਹੈ। ਸਰਗੀ ਵੇਲਾ, ਤਾਂ ਉਹ ਸਾਡੇ ਅੱਖਰ ਜਿਹੜੇ ਪੁਰਾਣੇ ਸੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ ਅਤੇ ਇਹ ਉਹ ਕੁਫਤਾ ਵੇਲਾ, ਅਸੀਂ ਸਾਰੇ ਆਪਣੇ ਜਿਹੜੇ ਪੁਰਾਣੇ ਅੱਖਰ ਸੀ ਉਹ ਵੀ ਖਤਮ ਕੀਤੇ ਜਾ ਰਹੇ। ਜਿਵੇਂ ਆਪਾਂ ਪੰਜਾਲੀ ਦੀ ਗੱਲ ਕਰ ਲਈਏ, ਜਿਵੇਂ ਸੰਤਕਾਰੀ ਆਈ, ਠੀਕ ਹੈ, ਉਹਦੇ ਨਾਲ ਨਵੀਂ ਮਸ਼ੀਨਰੀ ਆਈ ਅਤੇ ਬਲਦਾਂ ਦਾ ਕੰਮ ਜਾਂ ਖੂਹਾਂ ਦਾ ਕੰਮ ਜਾਂ ਮਤਲਬ ਕਿ ਜਿਵੇਂ ਜੋਗਾਂ ਦਾ ਕੰਮ ਹੁੰਦਾ ਸੀ ਉਹ ਖਤਮ ਹੋਣ ਲੱਗ ਪਿਆ। ਅਤੇ ਜਿਹੜੇ ਉਹਦੇ ਦੇ ਨਾਲ ਉਹ ਜਿਹੜੇ ਔਜ਼ਾਰ ਹੁੰਦੇ ਸੀ, ਜਿਵੇਂ ਮੁੰਨਾ ਕਹਿ ਲਓ, ਹਲ ਕਹਿ ਲਓ, ਪੰਜਾਲੀ ਕਹਿ ਲਓ, ਠੀਕ ਹੈ, ਤਾਂ ਉਹ ਵੀ ਖਤਮ ਹੁੰਦਿਆ ਜਾ ਰਿਹਾ। ਅੱਜ ਕੱਲ੍ਹ ਦੇ ਬਰਗਰ ਬੱਚਿਆਂ ਨੂੰ, ਪੰਜਾਬੀਆਂ ਨੂੰ ਪੁੱਛ ਲਓ ਪੰਜਾਲੀ ਕਿਹਨੂੰ ਕਹਿੰਦੇ ਨੇ, ਕਿਸੇ ਨੂੰ ਪਤਾ ਨਹੀਂ ਹੋਣਾ। ਆਪਾਂ ਆਮ ਲਫ਼ਜ਼ ਅੱਗੇ ਵਰਤੋਂ ਦੇ ਵਿੱਚ ਆਉਂਦਾ ਹੁੰਦਾ, ਲਹਿਜਾ ਮੇਰੇ ਮਗਰੋਂ ਯਾਰ ਕੀ ਮੇਰੇ ਗਲ ਪੰਜਾਲੀ ਪਾਈ ਹੈ ਤੂੰ, ਹੈ ਨਾ, ਅਸੀਂ ਆਪਾਂ ਮੇਰੇ ਮਗਰੋਂ ਲਾ ਤੂੰ ਮੇਰੇ ਗਲ ਪੰਜਾਲੀ ਪਾਈ। ਤਾਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ, ਜਿਵੇਂ ਸੰਤਕਾਰੀ ਨੇ ਕੁਝ ਅਲੋਪ ਕੀਤੇ, ਲੇਕਿਨ ਕੁਝ ਐਸੇ ਅੱਖਰ ਜਿਹੜੇ ਸਾਡੇ ਆਮ ਜ਼ਿੰਦਗੀ ਦੇ ਵਰਤਾਰੇ ਦੇ ਵਿੱਚ ਆਉਂਦੇ ਨੇ ਅਸੀਂ ਉਹ ਵੀ ਗਵਾ ਬੈਠੇ ਹਾਂ। ਸੋ ਮੇਰੀ ਤੁਹਾਡੇ ਸਾਰਿਆਂ ਅੱਗੇ ਇੱਕ ਰਿਕੁਐਸਟ ਹੋਊਗੀ ਕਿ ਤੁਸੀਂ ਇਹਨਾਂ ਅੱਖਰਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜਿਹੜੇ ਤੁਸੀਂ ਬੋਲਚਾਲ ਰੱਖਦੇ ਹੋ ਇਹਦੇ ਵਿੱਚ ਦੁਬਾਰਾ ਵਾਪਸ ਲੈ ਕੇ ਆਓ। ਔਰ ਸੋਚੋ, ਸੋਚ ਕੇ ਦੱਸੋ, ਤੁਸੀਂ ਵੀ ਕਮੈਂਟ ਕਰੋ ਕਿ ਕਿਹੜੇ ਕਿਹੜੇ ਅੱਖਰ ਜਿਹੜੇ ਪੰਜਾਬੀ ਦੇ ਅਸੀਂ ਆਸਤਾ ਆਸਤਾ ਅਲੋਪ ਕਰਤੇ। ਇਸੇ ਤਰ੍ਹਾਂ ਆਸਤਾ ਆਸਤਾ ਜ਼ਬਾਨਾਂ ਅਲੋਪ ਹੁੰਦੀਆਂ ਨੇ, ਇੱਕ ਇੱਕ ਅੱਖਰ ਕਰਕੇ ਜ਼ਬਾਨਾਂ ਮਰਦੀਆਂ ਨੇ। ਸੁਰਜੀਤ ਪਾਤਰ ਨੇ ਕਿਹਾ ਸੀ ਨਾ ਕਿ ਮਰ ਰਹੀ ਹੈ ਮੇਰੀ ਭਾਸ਼ਾ ਅੱਖਰ ਅੱਖਰ। ਤਾਂ ਅੱਖਰ ਅੱਖਰ ਕਰਕੇ ਖਤਮ ਹੁੰਦੀਆਂ ਨੇ ਜ਼ਬਾਨਾਂ। ਕਦੇ ਵੀ ਇੱਕੋ ਵਾਰੀ ਚੱਕ ਕੇ ਇੱਧਰ ਸਾਈਡ ਨੂੰ ਕਰਤੀ ਜ਼ਬਾਨ ਖਤਮ ਹੋ ਗਈ, ਇੱਦਾਂ ਨਹੀਂ, ਠੀਕ ਹੈ। ਸਾਡੀ ਪੰਜਾਬੀ ਵੀ ਅਲੋਪ ਹੋਣ ਦੇ ਰਾਹ 'ਤੇ ਤੁਰੀ ਹੋਈ ਆ। ਸੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਰੋਜ਼ਮਰਾ ਦੇ ਕੰਮਾਂ ਦੇ ਵਿੱਚ, ਆਪਣੇ ਵਰਤਾਰੇ ਦੇ ਵਿੱਚ ਅੱਖਰ ਲੈ ਕੇ ਆਓ ਜਿਹੜੇ ਕਿ ਅਲੋਪ ਹੋ ਰਹੇ। ਜਿਹੜੇ ਸਾਡੇ ਬਾਬੇ, ਦਾਦੇ, ਚਾਚੇ ਬੋਲਦੇ ਸੀ ਅੱਖਰ, ਲਫ਼ਜ਼, ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰੋ ਅਤੇ ਲੈ ਕੇ ਆਓ, ਠੀਕ ਹੈ।